ਹੈਲੋ एवरीवन दिस इज़ गीता शर्मा फ्रॉम नॉन नेटिव आयल्स। ਅੱਜ ਮੈਂ ਤੁਹਾਨੂੰ ਪੰਜਾਬੀ ਵਿੱਚ ਦੱਸਣ ਦੀ ਕੋਸ਼ਿਸ਼ ਕਰੂੰਗੀ ਵੀ ਜਿਹੜਾ ਆਇਲਸ ਦਾ ਰੀਡਿੰਗ ਮੋਡਿਊਲ ਹੈ ਉਸ ਵਿੱਚ ਤੁਹਾਨੂੰ ਕੌਣ ਸੀਆਂ ਸਪੈਸੀਫਿਕ ਚੀਜ਼ਾਂ 'ਤੇ ਧਿਆਨ ਦੇਣਾ ਚਾਹੀਦਾ। ਪਲੀਜ਼ ਰਿਮੈਂਬਰ ਆਈ ਐਮ ਨੋਟ ਵੈਰੀ ਗੁੱਡ ਐਟ ਪੰਜਾਬੀ ਬਟ ਮੈਂ ਕੋਸ਼ਿਸ਼ ਕਰ ਰਹੀ ਹਾਂ ਵੀ ਮੈਂ ਪੰਜਾਬੀ ਵਿੱਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ। ਓਕੇ, ਸਭ ਤੋਂ ਪਹਿਲਾ ਕੁਐਸਚਨ ਜਿਹੜਾ ਦਿਮਾਗ ਵਿੱਚ ਆਉਂਦਾ ਹੈ ਬੱਚਿਆਂ ਦੇ ਇਜ਼ ਕੀ ਰੀਡਿੰਗ ਡਿਫਿਕਲਟ ਹੈ ਜਾਂ ਈਜ਼ੀ ਹੈ। ਅੱਜ ਹੀ ਇੱਕ ਬੱਚੇ ਨਾਲ ਮੈਂ ਇੰਟਰੈਕਟ ਕਰ ਰਹੀ ਸੀ ਐਂਡ ਉਹ ਬੱਚੀ ਬਹੁਤ ਜ਼ਿਆਦਾ ਟੈਂਸਡ ਸੀਗੀ। ਉਹਨਾਂ ਦਾ ਫਰਸਟ ਅਟੈਂਪਟ ਹੈ ਐਗਜ਼ਾਮੀਨੇਸ਼ਨ 'ਚ ਅਤੇ ਉਹਨਾਂ ਦੀ ਪਹਿਲੀ ਵਾਰ ਉਹ ਕੋਚਿੰਗ ਲੈ ਰਹੇ ਨੇ ਐਂਡ ਉਹਨਾਂ ਨੂੰ ਫਰੈਂਡਸ ਨੇ ਡਰਾ ਦਿੱਤਾ ਹੈ ਕਿ ਤੁਸੀਂ ਰੀਡਿੰਗ ਨਹੀਂ ਕਰ ਸਕਦੇ ਕਿਉਂਕਿ ਰੀਡਿੰਗ ਬਹੁਤ ਡਿਫਿਕਲਟ ਹੈ ਐਂਡ ਆਇਲਸ ਨਹੀਂ ਹੋ ਸਕਦਾ, ਪਹਿਲੀ ਵਾਰੀ ਨਹੀਂ ਹੁੰਦਾ। ਬਹੁਤ ਸਾਰੇ ਬੱਚਿਆਂ ਨੂੰ ਐਵੇਂ ਲੱਗਦਾ ਹੈ ਕਿ ਬੇਸਿਕਲੀ ਤੁਹਾਨੂੰ 2 ਵਾਰੀ ਪੇਪਰ ਦੇਣਾ ਪਊਗਾ ਜਾਂ ਬੇਸਿਕਲੀ ਜੇ ਤੁਸੀਂ ਇਕੱਠੇ 2 ਵਾਰੀ ਪੇਪਰ ਭਰਦੇ ਹੋ ਤਾਂ ਤੁਸੀਂ ਚੰਗੀ ਤਰ੍ਹਾਂ ਮੀਨਸ ਸਕੋਰ ਲਿਆ ਸਕਦੇ ਹੋ, ਅਦਰਵਾਈਜ਼ ਨਹੀਂ, ਕਿਉਂਕਿ IDB ਤੇ ਬ੍ਰਿਟਿਸ਼ ਕਾਊਂਸਿਲ ਕੁਝ ਯੂ ਕੈਨ ਸੇ ਮੈਨੂਪੂਲੇਟ ਕਰਦੇ ਆ ਬੱਚਿਆਂ ਨੂੰ ਐਂਡ ਉਹ ਚਾਹੁੰਦੇ ਨੇ ਵੀ ਤੁਸੀਂ 2 ਵਾਰੀ ਪੇਪਰ ਭਰੋ ਤਾਂ ਕਿ ਉਹਨਾਂ ਨੂੰ ਪੈਸੇ ਮਿਲ ਜਾਣ। ਦੇਖੋ ਬੇਟਾ, ਬੇਸਿਕਲੀ ਕੀ ਹੋ ਰਿਹਾ ਹੈ, ਇਹੋ ਜਿਹੀ ਕੋਈ ਗੱਲ ਨਹੀਂ ਹੈ, ਰਾਈਟ। ਈਵਨ ਬੱਚਿਆਂ ਨੂੰ ਐਵੇਂ ਵੀ ਲੱਗਦਾ ਕਿ ਮੈਂ ਕੋਈ ਸਪੈਸੀਫਿਕ ਸੈਂਟਰ 'ਚ ਪੇਪਰ ਭਰਦਾ ਤਾਂ ਮੇਰਾ ਯੂ ਕੈਨ ਸੇ ਮੈਨੂੰ ਚੀਟ ਕਰਨ ਮਿਲੂਗਾ ਜਾਂ ਉੱਥੇ ਸੌਖਾ ਪੇਪਰ ਆਉਂਦਾ। ਇੱਕ ਚੀਜ਼ ਆਪਦੇ ਦਿਮਾਗ 'ਚ ਪਾ ਲਓ ਪਲੀਜ਼, ਤੁਸੀਂ ਬੇਸਿਕਲੀ ਜਦੋਂ ਵੀ ਪੇਪਰ ਭਰਦੇ ਹੋ ਇੰਡੀਆ 'ਚ, ਉਹ ਭਾਵੇਂ ਕੋਈ ਵੀ ਸਟੇਟ ਹੋਵੇ ਐਂਡ ਸਟੇਟ ਦੀ ਕੋਈ ਵੀ ਸਿਟੀ ਹੋਵੇ, ਤੁਹਾਨੂੰ ਜਿਹੜੇ ਡੇਟਸ 'ਚ ਅਲੋਟਡ ਪੇਪਰ ਮਿਲ ਰਿਹਾ ਹੈ ਉਹੀ ਦੂਜੇ ਸਿਟੀ 'ਚ ਮਿਲੂਗਾ। ਹਾਂ, ਇਨਵਾਇਰਮੈਂਟ ਡਿਫਰ ਕਰ ਸਕਦਾ ਹੈ, ਰੈਗੂਲੇਸ਼ਨਸ ਡਿਫਰ ਕਰ ਸਕਦੇ ਨੇ, ਸਿਚੁਏਸ਼ਨਸ ਡਿਫਰ ਕਰ ਸਕਦੀਆਂ ਨੇ। ਜਿਵੇਂ ਸਮਟਾਈਮਸ ਕੀ ਹੁੰਦਾ LRW ਦੈਟ ਇਜ਼ ਲਿਸਨਿੰਗ, ਰੀਡਿੰਗ ਅਤੇ ਰਾਈਟਿੰਗ ਇਕੱਠੇ ਹੁੰਦੇ ਨੇ, ਇੱਕ ਦਿਨ 'ਚ ਹੁੰਦੇ ਨੇ ਅਤੇ ਸਪੀਕਿੰਗ ਦੀ ਡੇਟ ਡਿਫਰ ਕਰਦੀ ਹੈ। ਤਾਂ ਬੇਸਿਕਲੀ ਐਵੇਂ ਹੋ ਸਕਦਾ ਹੈ ਕਿ ਤੁਹਾਨੂੰ ਜਿਹੜਾ ਸੈਂਟਰ ਅਲੋਟ ਕੀਤਾ ਗਿਆ ਹੈ ਉੱਥੇ ਸਮਟਾਈਮਸ ਹੈਡਫੋਨਸ ਕਰਕੇ 10 ਮਿੰਟਸ ਜਾਂ 15 ਮਿੰਟ ਦਾ ਡਿਲੇ ਹੋ ਜੇ ਤੁਹਾਡੇ ਪੇਪਰ ਨੂੰ ਸਟਾਰਟ ਹੋਣ 'ਚ, ਬਟ ਐਵੇਂ ਨਹੀਂ ਹੁੰਦਾ ਕਿ ਉੱਥੇ ਯੂ ਕੈਨ ਸੇ ਚੀਟਿੰਗ ਬਹੁਤ ਜ਼ਿਆਦਾ ਹੁੰਦੀ ਹੈ। ਸੋ ਪਲੀਜ਼ ਅੰਡਰਸਟੈਂਡ, ਮੈਂ ਬੇਸਿਕਲੀ ਗੱਲ ਕਰਨੀ ਸੀ ਰੀਡਿੰਗ ਦੀ ਐਂਡ ਮੈਂ ਚੀਟਿੰਗ ਦੀ ਗੱਲ ਕਰਨ ਲੱਗ ਗਈ, ਵੈਰੀ ਬੈਡ। ਓਕੇ, ਲੈਟਸ ਮੂਵ। ਰੀਡਿੰਗ ਕੀ ਰੀਡਿੰਗ ਔਖੀ ਹੈ ਜਾਂ ਸੌਖੀ ਹੈ? ਮੈਂ ਕਹੂੰਗੀ ਦੇਖੋ ਬੇਟਾ, ਪਹਿਲੀ ਵਾਰ ਜਦੋਂ ਤੁਸੀਂ ਕੋਈ ਵੀ ਸਪੈਸੀਫਿਕ ਚੀਜ਼ ਕਰਦੇ ਹੋ ਤੁਹਾਨੂੰ ਔਖੀ ਲੱਗਦੀ ਹੈ ਐਂਡ ਸਪੈਸੀਫਿਕਲੀ ਉਹ ਬੱਚੇ ਜਿਨ੍ਹਾਂ ਦੀ ਇੰਗਲਿਸ਼ ਮੀਡੀਅਮ ਨਹੀਂ ਰਹੀ ਉਹਨਾਂ ਨੂੰ ਜ਼ਿਆਦਾ ਔਖਾ ਲੱਗਦਾ ਰੀਡਿੰਗ ਕਰਨਾ। ਤਾਂ ਮੈਂ ਤੁਹਾਨੂੰ ਇੱਕ ਬਹੁਤ ਸੌਖੀ ਜਿਹੀ ਚੀਜ਼ ਦੱਸਦੀ ਹਾਂ, ਕੋਸ਼ਿਸ਼ ਕਰੋ ਵੀ ਜਦੋਂ ਵੀ ਤੁਸੀਂ ਰੀਡਿੰਗ ਕਰਦੇ ਹੋ ਤੁਸੀਂ ਕੁਝ ਚੀਜ਼ਾਂ 'ਤੇ ਧਿਆਨ ਰੱਖੋ। ਹੁਣ ਦੇਖੋ ਬੇਟਾ, ਬੇਸਿਕਲੀ ਆਪਾਂ ਨੂੰ ਪਤਾ ਹੈ ਵੀ 40 ਕੁਐਸਚਨਸ ਹੁੰਦੇ ਆ ਆਪਣੇ ਕੋਲੇ ਐਂਡ 3 ਸੈਕਸ਼ਨਸ ਜਾਂ 3 ਪੈਸੇਜਸ ਹੁੰਦੇ ਨੇ ਆਪਣੇ ਰੀਡਿੰਗ ਦੇ, ਅਤੇ ਆਪਾਂ ਨੂੰ ਕੋਈ ਟਰਾਂਸਫਰ ਟਾਈਮ ਨਹੀਂ ਅਲੋਟ ਕੀਤਾ ਜਾਂਦਾ, ਰਾਈਟ। ਆਪਣੇ ਕੋਲੇ 11 ਅਲੱਗ-ਅਲੱਗ ਤਰੀਕੇ ਦੇ ਕੁਐਸਚਨਸ ਹੁੰਦੇ ਨੇ ਜਿਹੜੇ ਆਪਾਂ ਸੋਲਵ ਕਰਨੇ ਹੁੰਦੇ ਆ ਉਸ ਪੈਸੇਜਸ ਦੇ ਅਕੋਰਡਿੰਗਲੀ। ਹੁਣ ਉਸ ਵਿੱਚ ਕੁਝ ਕੁਐਸਚਨਸ ਨੇ ਜਿਹੜੇ ਤੁਸੀਂ ਸਕੂਲ ਵਿੱਚ ਜਾਂ ਕਾਲਜ ਵਿੱਚ ਕੀਤੇ ਹੋਣਗੇ, ਕੰਪਰੀਹੈਂਸ਼ਨ ਜਿਹਨੂੰ ਇਫ ਯੂ ਰਿਮੈਂਬਰ ਤੁਸੀਂ ਕੀਤਾ ਹੋਊਗਾ ਕੰਪਰੀਹੈਂਸ਼ਨ, ਉਹਦੇ ਨਾਲ ਦੇ ਕੁਐਸਚਨਸ ਜਿਵੇਂ ਫਿਲਅਪ ਬਹੁਤ ਸੌਖੇ ਲੱਗਦੇ ਸੀ ਉਦੋਂ। ਹੁਣ ਟਰੂ ਫਾਲਸ ਨੋਟ ਗਿਵਨ, ਹੁਣ ਨੋਟ ਗਿਵਨ ਵਾਲਾ ਜਿਹੜਾ ਸਪੈਸੀਫਿਕ ਕੁਐਸਚਨ ਹੈ ਉਹ ਔਖਾ ਲੱਗਦਾ ਆਪਾਂ ਨੂੰ ਕਰਨਾ ਕਿਉਂਕਿ ਆਪਾਂ ਸਕੂਲ ਵਿੱਚ ਨਹੀਂ ਕੀਤਾ, ਕਾਲਜ ਵਿੱਚ ਨਹੀਂ ਕੀਤਾ। ਹੁਣ ਯਾਦ ਰੱਖੋ ਬੇਟਾ, ਹਰ ਇੱਕ ਕੁਐਸਚਨ ਟਾਈਪ ਨੂੰ ਸੋਲਵ ਕਰਨ ਦਾ ਤਰੀਕਾ ਅਲੱਗ ਹੈ, ਤੁਹਾਨੂੰ ਉਹ ਤਰੀਕਾ ਸਮਝਣਾ ਪਊਗਾ, ਰਾਈਟ। ਐਂਡ ਜੇ ਮੈਂ ਕਹਾਂ ਰੀਡਿੰਗ ਦੀਆਂ ਕੋਈ ਸ਼ਾਰਟ ਟੈਕਨੀਕਸ ਨਹੀਂ ਹੁੰਦੀਆਂ ਤੁਹਾਡੀਆਂ। ਹਾਂ, ਮੈਂ ਇਹ ਮੰਨਦੀ ਹਾਂ ਵੀ ਰੀਡਿੰਗ ਨੂੰ ਸੋਲਵ ਕਰਨ ਦੇ 2 ਅਲੱਗ-ਅਲੱਗ ਤਰੀਕੇ ਹੈਗੇ ਆ, ਉਹਨਾਂ ਵਿੱਚੋਂ ਤੁਸੀਂ ਕੋਈ ਵੀ ਬੇਸਿਕਲੀ ਇੱਕ ਤਰੀਕਾ ਅਪਣਾ ਸਕਦੇ ਹੋ ਜਾਂ ਫੋਲੋ ਕਰ ਸਕਦੇ ਹੋ। ਉਹ ਡਿਪੈਂਡ ਕਰਦਾ ਵੀ ਤੁਸੀਂ ਕਿਸ ਤਰੀਕੇ ਦੇ ਬੱਚੇ ਹੋ, ਕਿਸ ਤਰੀਕੇ ਦੇ ਸਟੂਡੈਂਟ ਹੋ। ਮੈਂ ਇਹ ਨਹੀਂ ਕਹਿ ਰਹੀ ਵੀ ਤੁਸੀਂ CBSE ਤੋਂ ਪੜ੍ਹੇ ਹੋ ਜਾਂ ਪੰਜਾਬ ਬੋਰਡ ਤੋਂ ਪੜ੍ਹੇ ਹੋ, ਨਹੀਂ। ਮੈਂ ਕਹਿ ਰਹੀ ਹਾਂ ਵੀ ਤੁਹਾਡੀ ਗ੍ਰੈਸਪਿੰਗ ਪਾਵਰ ਕਿਹੋ ਜਿਹੀ ਹੈ, ਮੀਨਸ ਤੁਸੀਂ ਕਿੰਨਾ ਕੁ ਛੇਤੀ ਚੀਜ਼ਾਂ ਨੂੰ ਸਮਝ ਲੈਂਦੇ ਹੋ। ਹੁਣ ਇੱਕ ਬੱਚਾ ਜਿਹੜਾ ਭਾਵੇਂ ਇੰਟੈਲੀਜੈਂਟ ਹੈ ਉਹ ਹੋ ਸਕਦਾ ਹੈ ਸਕਿਮਿੰਗ ਐਂਡ ਸਕੈਨਿੰਗ ਫੋਲੋ ਨਾ ਕਰੇ,
क्योंकि उन्होंने लगता है भी मैं जे ध्यान नाल सारा पैसेज पढ़ूंगा तो मैं आंसर वधिया मिल जाएंगे। तो पहली तरीका पहला टैक्नीक जिहड़ा तुसी फॉलो कर सकते हो वो है स्किमिंग स्कैनिंग जां स्पीड रीडिंग। ਇਹਦਾ मतलब की है ਜਦੋਂ भी तुसी स्किमिंग ਜਾਂ ਸਕੈਨਿੰਗ ਕਰਦੇ ਹੋ ਤਾਂ ਤੁਹਾਨੂੰ ਬੇਟਾ ਕੁਝ ਵਰਡਸ ਲੱਭਣੇ ਪੈਣਗੇ ਜਿਹੜੇ ਤੁਹਾਡੇ ਕੁਐਸਚਨਸ 'ਚ ਹੈਗੇ ਆ। ਮੈਂ ਜੇ ਤੁਹਾਨੂੰ ਇੱਕ ਟਿਪ ਦੱਸਾਂ, ਕੋਸ਼ਿਸ਼ ਕਰਿਓ ਵੀ ਸਿਰਫ ਡੇਟਸ ਨੂੰ ਲੱਭਣ ਦੀ ਕੋਸ਼ਿਸ਼ ਕਰਿਓ, ਕਿਉਂਕਿ ਬਹੁਤ ਘੱਟ ਚਾਂਸਸ ਹੁੰਦੇ ਨੇ ਵੀ ਡੇਟਸ ਦੇ ਯੂ ਕੈਨ ਸੇ ਸਿਨੋਨਿਮਸ ਜਾਂ ਸੇਮ ਮੀਨਿੰਗ ਵਰਡਸ ਤੁਹਾਨੂੰ ਲੱਭਣਗੇ ਮਿਲਣਗੇ, समानार्थक शब्द ਜਾਂ एंटोनिम्स विपरीतार्थक शब्द। अदरवाइज तुसी दूजी टेक्निक फॉलो कर सकते हो, दैट इज़ रीडिंग एट नॉर्मल स्पीड। मैं कहूँगी सारे क्वेश्चनस ते थानू रीडिंग एट नॉर्मल स्पीड वाली टेक्निक फॉलो करने की लोड़ नहीं, बट कुछ क्वेश्चनस होंगे ने जिमें बेटा MCQs दैट इज़ मैचिंग क्वेश्चन टाइप्स जोड़े होंगे है ਉਹੋ ਜਿਹੇ ਕੁਐਸਚਨਸ ਵਿੱਚ ਜਿਸ ਵਿੱਚ ਆਪਣੇ ਕੋਲੇ ਆਪਸ਼ਨਸ ਹੁੰਦੇ ਨੇ ਉਹ ਕਿਉਂਕਿ ਕਨਫਿਊਜ਼ ਕਰ ਦਿੰਦਾ ਹੈ। ਆਪਣੇ ਕੋਲੇ ਜੇ ਆਪਸ਼ਨਸ ਨੇ ਤਾਂ ਆਪਾਂ ਕਨਫਿਊਜ਼ ਹੋ ਜਾਂਦੇ ਹਾਂ ਬੇਸਿਕਲੀ ਦੋ ਆਪਸ਼ਨਸ ਵਿੱਚ। ਤਾਂ ਤੁਸੀਂ ਜਾਂ ਤਾਂ ਕੈਂਸਲੇਸ਼ਨ ਟੈਕਨੀਕ ਅਪਣਾਓ। ਕੈਂਸਲੇਸ਼ਨ ਟੈਕਨੀਕ ਦਾ ਮਤਲਬ ਹੁੰਦਾ ਹੈ ਜਦੋਂ ਤੁਸੀਂ ਰੀਡ ਕਰ ਰਹੇ ਹੋ ਆਪਦੀ ਪੈਸੇਜ ਨੂੰ ਤਾਂ ਕੋਸ਼ਿਸ਼ ਕਰੋ ਵੀ ਜਿਹੜਾ ਪੈਸੇਜ ਤੁਸੀਂ ਰੀਡ ਕਰ ਰਹੇ ਹੋ ਉਹਦੀ ਇਨਫੋਰਮੇਸ਼ਨ ਤੁਹਾਡੇ MCQ ਦੇ ਆਪਸ਼ਨ ਨਾਲ ਮੈਚ ਕਰਨੀ ਚਾਹੀਦੀ ਹੈ। ਜੇ ਕੋਈ ਆਪਸ਼ਨ ਮੈਚ ਨਹੀਂ ਕਰ ਰਿਹਾ ਉਹਨੂੰ ਤੁਸੀਂ ਕ੍ਰੋਸ ਆਊਟ ਕਰ ਦਿਓ, ਕੱਟ ਦਿਓ, ਤੇ ਬਾਕੀ ਤਿੰਨ ਆਪਸ਼ਨਸ ਜਾਂ ਦੋ ਆਪਸ਼ਨਸ ਡਿਪੈਂਡ ਕਰਦਾ ਤੁਹਾਨੂੰ ਆਪਸ਼ਨਸ ਕਿੰਨੇ ਮਿਲ ਰਹੇ ਹੈ। ਸਮਟਾਈਮਸ MCQs ਵਿੱਚ ਆਪਾਂ ਨੂੰ ਇੱਕ ਕੁਐਸਚਨ ਵਿੱਚ ਦੋ ਆਨਸਰਸ ਲੱਭਣੇ ਹੁੰਦੇ ਆ, ਮੋਸਟ ਆਫ ਦ ਟਾਈਮਸ ਆਪਾਂ ਸਿਰਫ ਇੱਕ ਆਨਸਰ ਲੱਭਣਾ ਹੁੰਦਾ, ਤਾਂ ਡਿਪੈਂਡ ਕਰਦਾ ਵੀ ਕਿੰਨੇ ਆਨਸਰਸ ਤੁਸੀਂ ਲੱਭਣੇ ਆ। ਜੇ ਤੁਸੀਂ ਇੱਕ ਆਨਸਰ ਲੱਭਣਾ ਇੱਕ ਕੁਐਸਚਨ ਵਿੱਚ ਤਾਂ ਤੁਸੀਂ ਜਨਰਲੀ ਤੁਹਾਨੂੰ ਐਗਜ਼ਾਮੀਨਰ ਦਊਗਾ ਤਿੰਨ ਆਪਸ਼ਨਸ, ਉਹਨਾਂ ਵਿੱਚੋਂ ਤੁਸੀਂ ਦੋ ਕੈਂਸਲ ਆਊਟ ਕਰਨੇ ਨੇ ਐਂਡ ਇੱਕ ਤੁਸੀਂ ਚੂਜ਼ ਕਰਨਾ। ਇਹੋ ਜਿਹੇ ਕੁਐਸਚਨਸ ਵਿੱਚ ਬੇਟਾ ਨੋਰਮਲ ਸਪੀਡ 'ਤੇ ਪੜ੍ਹਨਾ ਵਧੀਆ ਹੋਊਗਾ। ਤਾਂ ਜਿਹੜੀ ਲੋਕੇਸ਼ਨ ਤੁਹਾਨੂੰ ਮਿਲਦੀ ਹੈ ਉਹਦੇ ਉਸ ਕੁਐਸਚਨ ਦੇ ਨਾਲ ਦੀ ਉਹ ਇਨਫੋਰਮੇਸ਼ਨ ਨੂੰ ਦੋ ਵਾਰੀ ਪੜ੍ਹੋ ਅਤੇ ਨੋਰਮਲ ਸਪੀਡ 'ਤੇ ਪੜ੍ਹੋ, ਧਿਆਨ ਨਾਲ ਪੜ੍ਹੋ। ਮੇਰਾ ਮਤਲਬ ਹੈ ਜੇ ਤੁਸੀਂ ਧਿਆਨ ਨਾਲ ਪੜ੍ਹੋਗੇ ਤਾਂ ਤੁਹਾਨੂੰ ਆਨਸਰਸ ਚੰਗੀ ਤਰ੍ਹਾਂ ਮਿਲ ਜਾਣਗੇ। ਓਕੇ, ਲਾਸਟ ਥਿੰਗ ਇਸ ਸਪੈਸੀਫਿਕ ਸਲਾਈਡ 'ਤੇ ਜਿਹੜੀ ਮੈਂ ਤੁਹਾਨੂੰ ਯੂ ਕੈਨ ਸੇ ਦੱਸਣਾ ਚਾਹੁੰਦੀ ਹਾਂ ਉਹ ਹੈਗੀ ਹੈ ਕਿ ਜਨਰਲ ਅਤੇ ਬੇਟਾ ਐਕੈਡੈਮਿਕ ਜਿਹੜਾ ਪੇਪਰ ਹੁੰਦਾ ਰੀਡਿੰਗ ਦਾ ਉਹ ਦੋਨੋਂ ਅਲੱਗ ਹੁੰਦੇ ਨੇ। ਤੁਹਾਡਾ ਜਿਹੜਾ ਐਕੈਡੈਮਿਕ ਪੇਪਰ ਹੁੰਦਾ ਉਸ ਵਿੱਚ ਲੰਮੇ ਪੈਸੇਜਸ ਆਉਂਦੇ ਨੇ 3, ਜਦਕਿ GT ਵਿੱਚ PR ਬੇਸਿਸ 'ਤੇ ਜਿਹੜੇ ਬੱਚੇ ਪੇਪਰ ਦੇ ਰਹੇ ਨੇ ਉਹਨਾਂ ਨੂੰ 2 ਪੈਸੇਜਸ ਜਿਹੜੇ ਦੋ ਸੈਕਸ਼ਨਸ ਹੁੰਦੇ ਆ ਪਹਿਲਾਂ ਉਸ ਵਿੱਚ ਛੋਟੇ ਛੋਟੇ ਪੈਸੇਜਸ ਆਉਂਦੇ ਨੇ। ਜਿਹੜਾ ਤੀਜਾ ਪੈਸੇਜ ਹੁੰਦਾ ਉਹ ਲੰਮਾ ਹੁੰਦਾ, ਲੈਂਦੀ ਹੁੰਦਾ, ਐਂਡ ਉਹ ਪੈਸੇਜ ਵਿੱਚ ਅਤੇ ਪਹਿਲੇ 2 ਪੈਸੇਜਸ ਵਿੱਚ ਜਿਹੜੀ ਇਨਫੋਰਮੇਸ਼ਨ ਹੋਊਗੀ, ਸੌਰੀ ਸਮਥਿੰਗ ਡਿਸਟਰੈਕਟਡ ਮੀ, ਜਿਹੜੀ ਇਨਫੋਰਮੇਸ਼ਨ ਹੋਊਗੀ ਉਹ ਇਨਫੋਰਮੇਸ਼ਨ ਦੀ ਵੋਕੈਬਲਰੀ ਕਾਫੀ ਸੌਖੀ ਹੁੰਦੀ ਹੈ ਪਰ ਟ੍ਰਿਕੀ ਹੁੰਦੀ ਹੈ। ਟ੍ਰਿਕੀ ਦਾ ਮਤਲਬ ਇਹ ਹੈ ਕਿ ਸਮਟਾਈਮਸ ਆਪਾਂ ਨੂੰ ਸਮਝ ਨਹੀਂ ਆਉਂਦਾ ਵੀ ਉਹ ਕੀ ਕਹਿਣਾ ਚਾਹ ਰਹੇ ਆ। ਤਾਂ ਹੀ ਕਿਉਂਕਿ PR ਬੇਸਿਸ 'ਤੇ ਓਬਵੀਅਸਲੀ ਜਾਣਾ ਥੋੜ੍ਹਾ ਔਖਾ ਹੈ ਐਜ਼ ਕੰਪੇਅਰ ਟੂ ਐਕੈਡੈਮਿਕ, ਤਾਂ ਹੀ ਸਟੱਡੀ ਵੀਜ਼ਾ ਤੁਸੀਂ ਇਹ ਚੀਜ਼ ਨੋਟਿਸ ਕਰ ਸਕਦੇ ਹੋ, ਤਾਂ ਹੀ ਜ਼ਿਆਦਾਤਰ ਬੱਚੇ ਸਟੱਡੀ ਬੇਸਿਸ 'ਤੇ ਜਾਣਾ ਪਸੰਦ ਕਰਦੇ ਹੈ ਕਿਉਂਕਿ ਇਹ ਸੌਖਾ ਰਾਹ ਹੈ ਐਜ਼ ਕੰਪੇਅਰ ਟੂ PR। ਇਸ ਕਰਕੇ ਵੀ ਇਹ ਸਪੈਸੀਫਿਕ ਯੂ ਕੈਨ ਸੇ ਟ੍ਰੈਂਡ ਚੱਲ ਰਿਹਾ ਕਿ ਬੱਚੇ ਸਟੱਡੀ ਵੀਜ਼ਾ 'ਤੇ ਜਾਂਦੇ ਹੈ ਐਂਡ ਸਟੱਡੀ ਵੀਜ਼ਾ 'ਤੇ ਜਿਹੜੀ ਬੇਸਿਕਲੀ ਐਗਜ਼ਾਮ ਹੁੰਦਾ ਤੁਹਾਡਾ ਰੀਡਿੰਗ ਦਾ ਉਸ ਵਿੱਚ ਵੋਕੈਬਲਰੀ ਔਖੀ ਜ਼ਰੂਰ ਦਿੱਤੀ ਜਾਂਦੀ ਹੈ, ਬਟ ਇਹਨੂੰ ਫਾਈਂਡ ਆਊਟ ਕਰਨਾ ਇੰਨਾ ਔਖਾ ਨਹੀਂ ਹੁੰਦਾ ਜਿੰਨਾ ਕੁ PR ਵਿੱਚ ਹੁੰਦਾ। ਹੁਣ ਮੈਂ ਇੱਥੇ ਕੰਪੇਅਰ ਕਰਕੇ ਇਸ ਕਰਕੇ ਦੱਸ ਰਹੀ ਹਾਂ ਕਿਉਂਕਿ ਬਹੁਤ ਸਾਰੇ ਬੱਚਿਆਂ ਨੂੰ ਐਵੇਂ ਲੱਗਦਾ ਹੈ ਜੇ ਮੈਂ ਐਕੈਡੈਮਿਕ ਅਤੇ GT ਦਾ ਪੇਪਰ ਇਕੱਠਾ ਭਰਾਂ ਜਿਸ ਦਿਨ ਦੋਨਾਂ ਦਾ ਉਸ ਦਿਨ ਸੌਖਾ ਹੁੰਦਾ, ਐਵੇਂ ਕੁਝ ਨਹੀਂ ਹੁੰਦਾ ਕਿਉਂਕਿ ਤੁਹਾਡੇ ਪੇਪਰ ਬਿਲਕੁਲ ਅਲੱਗ ਹੁੰਦੇ ਆ, ਡਿਫਰੈਂਟ ਹੁੰਦੇ ਆ, ਕਿਉਂਕਿ PR ਬੇਸਿਸ 'ਤੇ ਕੈਂਡੀਡੇਟਸ ਘੱਟ ਹੁੰਦੇ ਨੇ। ਇਸ ਕਰਕੇ ਬੇਸਿਕਲੀ ਬੱਚੇ ਯੂ ਕੈਨ ਸੇ 4 ਅਲੱਗ-ਅਲੱਗ ਪੇਪਰਸ ਐਕੈਡੈਮਿਕ ਦੇ ਹੁੰਦੇ ਆ ਅਤੇ PR ਦੇ ਸਿਰਫ 2 ਪੇਪਰ ਹੁੰਦੇ ਨੇ। ਓਕੇ, ਤੁਸੀਂ ਮੈਂ ਹੋਪ ਕਰਦੀ ਹਾਂ ਕਿ ਤੁਹਾਨੂੰ ਇਹ ਸਲਾਈਡ ਕਲੀਅਰਲੀ ਸਮਝ ਆਈ ਹੋਊਗੀ। ਮੈਂ ਤੁਹਾਨੂੰ ਲਾਸਟ ਸਲਾਈਡ 'ਤੇ ਲੈ ਕੇ ਜਾਣਾ ਚਾਹੂੰਗੀ ਜਿਸ ਵਿੱਚ ਬੇਸਿਕਲੀ ਮੈਂ ਤੁਹਾਨੂੰ ਆਮ ਰੀਲੀ ਸੌਰੀ ਮੇਰੀ ਪਿਕਚਰ ਆ ਰਹੀ ਹੈ ਮੈਂ ਐਕਸਪੈਕਟ ਨਹੀਂ ਕਰ ਰਹੀ ਸੀ। ਲੈਟਸ ਮੂਵ।
ਜਿਹੜੀ 3 ਅਲੱਗ-ਅਲੱਗ ਤਰੀਕੇ ਨੇ ਜਿਹੜੇ ਤੁਹਾਨੂੰ ਧਿਆਨ ਦੇਣੇ ਪੈਣਗੇ। ਪਹਿਲੀ ਗੱਲ ਬੇਟਾ, ਸਭ ਤੋਂ ਜ਼ਰੂਰੀ ਤੁਸੀਂ ਆਪਦਾ ਮੋਰਾਲ ਜਾਂ ਕੌਨਫੀਡੈਂਸ 'ਤੇ ਧਿਆਨ ਦਿਓ। ਜੇ ਤੁਹਾਨੂੰ ਕੋਈ ਕਹਿ ਰਿਹਾ, ਜਿਵੇਂ ਮੈਂ ਤੁਹਾਨੂੰ ਕਿਹਾ ਅੱਜ ਇੱਕ ਮੇਰੀ ਬੱਚੀ ਨੇ ਮੈਨੂੰ ਦੱਸਿਆ ਕਿ ਮੈਮ ਮੈਂ ਬਹੁਤ ਟੈਂਸਡ ਹੈ ਇਸ ਸਪੈਸੀਫਿਕ, ਸ਼ੀ ਡਿਡਨਟ ਸੇ ਦੈਟ ਬਟ ਉਹਦੀ ਆਵਾਜ਼ ਤੋਂ ਲੱਗ ਰਿਹਾ ਸੀ ਐਂਡ ਸ਼ੀ ਵਾਜ਼ ਲਾਈਕ ਮੇਰੇ ਫਰੈਂਡਸ ਮੈਨੂੰ ਕਹਿੰਦੇ ਆ ਵੀ ਇਹ ਔਖਾ ਨਹੀਂ ਹੁੰਦਾ, ਪਹਿਲੇ ਅਟੈਂਪਟ 'ਤੇ ਨਹੀਂ ਹੁੰਦਾ। ਤਾਂ ਪਲੀਜ਼ ਆਪਦੇ ਕੌਨਫੀਡੈਂਸ ਨੂੰ ਡਿੱਗਣ ਨਾ ਦਿਓ, ਕੋਸ਼ਿਸ਼ ਕਰੋ ਵੀ ਪ੍ਰੈਕਟਿਸ ਕਰਦੇ ਰਹੋ। ਤੇ ਮੇਰੀ ਇੱਕ ਟਿਪ ਹੋਊਗੀ, ਸਟਾਰ ਟਿਪ, ਕੋਸ਼ਿਸ਼ ਕਰੋ ਤੁਸੀਂ 2 ਰੀਡਿੰਗਸ ਨਾ ਕਰੋ, ਇੱਕ ਰੀਡਿੰਗ ਨੂੰ ਹੀ 2 ਵਾਰੀ ਕਰੋ ਇੱਕ ਦਿਨ 'ਚ। ਇਹ ਸਭ ਤੋਂ ਸੌਖਾ ਤਰੀਕਾ ਹੈ ਰੀਡਿੰਗ ਦੀ ਸਟ੍ਰੈਟਜੀਜ਼ ਨੂੰ ਅੰਡਰਸਟੈਂਡ ਕਰਨ ਦਾ, ਵੀ ਐਗਜ਼ਾਮੀਨਰ ਕੀ ਕਰਨਾ ਚਾਹ ਰਿਹਾ ਹੈ, ਕਿਹੜੇ ਕੁਐਸਚਨ ਨੂੰ ਕਿੱਦਾਂ ਦਾ ਬਣਾ ਕੇ ਪੇਸ਼ ਕਰ ਰਿਹਾ ਤੁਹਾਡੇ ਮੂਹਰੇ। ਜਿਹੜੀ ਸੈਕਿੰਡ ਇੰਪੋਰਟੈਂਟ ਟੈਕਨੀਕ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਉਹ ਹੈਗੀ ਹੈ, ਸਾਰੀਆਂ ਟੈਕਨੀਕਸ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ। ਕਿਉਂਕਿ ਟਰੂ ਫਾਲਸ ਨਾਟ ਗਿਵਨ 'ਚ ਜਿਵੇਂ ਇੱਕ ਬੇਸਿਕਲੀ ਐਗਜ਼ਾਮਪਲ ਦੇਵਾਂ, ਜੇ ਟਰੂ ਫਾਲਸ ਨਾਟ ਗਿਵਨ 'ਚ ਜ਼ਿਆਦਾਤਰ ਕਿਸੇ ਕੁਐਸਚਨ ਵਿੱਚ ਲਿਖਿਆ ਹੋਇਆ ਕੰਪੈਰੀਜ਼ਨ, 2 ਚੀਜ਼ਾਂ ਦਾ ਕੰਪੈਰੀਜ਼ਨ ਦਿੱਤਾ ਹੋਇਆ ਹੈ, ਤਾਂ ਉਹ ਜ਼ਿਆਦਾਤਰ ਨਾਟ ਗਿਵਨ ਹੁੰਦਾ 99% ਆਫ ਟਾਈਮਸ, ਰਾਈਟ। ਤਾਂ ਕੋਸ਼ਿਸ਼ ਕਰੋ ਉਹ ਟੈਕਨੀਕਸ ਸਮਝਣ ਦੀ ਕੋਸ਼ਿਸ਼ ਕਰੋ, ਕਿਉਂਕਿ ਹਰ ਇੱਕ ਟਾਈਪ ਆਫ ਕੁਐਸਚਨ 'ਚ ਇੱਕ ਡਿਫਿਕਲਟ ਜਾਂ ਡਿਫਰੈਂਟ ਟੈਕਨੀਕ ਫੋਲੋ ਕੀਤੀ ਜਾਂਦੀ ਹੈ। ਲਾਸਟ ਐਂਡ ਦ ਮੋਸਟ ਇੰਪੋਰਟੈਂਟ ਥਿੰਗ ਇਜ਼ ਟਾਈਮ ਨੂੰ ਮੈਨੇਜ ਕਰਨਾ। ਪਲੀਜ਼ ਅੰਡਰਸਟੈਂਡ, ਟਾਈਮ ਸਭ ਤੋਂ ਵੱਡਾ ਖੇਡ ਖੇਡਦਾ ਹੈ ਇੱਥੇ ਰੀਡਿੰਗ 'ਚ। ਜੇ ਤੁਸੀਂ ਟਾਈਮ ਨੂੰ ਚੰਗੀ ਤਰ੍ਹਾਂ ਨਹੀਂ ਸਮਝਿਆ, ਜੇ ਤੁਸੀਂ ਟਾਈਮ ਸਿਰ ਆਨਸਰ ਨਹੀਂ ਲਿਖੇ ਤੇ ਕੈਪੀਟਲ 'ਚ ਨਹੀਂ ਲਿਖੇ, ਜੇ ਐਗਜ਼ਾਮੀਨਰ ਨੂੰ ਸਮਝ ਨਹੀਂ ਆਏ ਤੁਹਾਡੇ ਆਨਸਰਸ, ਜੇ ਪਿਕ ਨਹੀਂ ਕੀਤੇ ਗਏ ਵਧੀਆ ਤਰੀਕੇ ਨਾਲ, ਤਾਂ ਤੁਸੀਂ ਓਬਵੀਅਸਲੀ ਉਨਾ ਸਕੋਰ ਨਹੀਂ ਲੈ ਕੇ ਆਓਗੇ ਜਿੰਨੀ ਤੁਹਾਡੀ ਰਿਕੁਆਇਰਮੈਂਟ ਹੈ। ਤਾਂ ਕੋਸ਼ਿਸ਼ ਕਰੋ ਜਦੋਂ ਤੁਸੀਂ ਆਨਸਰ ਲਿਖ ਰਹੇ ਹੋ, ਮੇਰੀ ਇੱਕ ਟਿਪ ਹੋਊਗੀ, ਐਟਲੀਸਟ 5 ਮਿੰਟ ਪਹਿਲਾਂ ਆਪਦਾ ਰੀਡਿੰਗ ਕੰਪਲੀਟ ਕਰ ਲਓ ਤਾਂ ਕਿ ਤੁਹਾਡੇ ਕੋਲੇ 5 ਮਿੰਟ ਰਹਿਣ। ਅਦਰਵਾਈਜ਼ ਮੈਂ ਬਾਕੀ ਬੱਚਿਆਂ ਨੂੰ ਦੱਸਦੀ ਹੁੰਦੀ ਹਾਂ, ਜਿਹੜੇ ਬੱਚਿਆਂ ਕੋਲੇ 5 ਮਿੰਟ ਨਹੀਂ ਰਹਿੰਦੇ, ਤੁਸੀਂ ਨਾਲ ਦੀ ਨਾਲ ਇੱਕ ਪੈਸੇਜ ਕਰਨ ਤੋਂ ਬਾਅਦ ਆਪਦੇ ਆਨਸਰਸ ਟ੍ਰਾਂਸਫਰ ਕਰ ਲਓ, ਜਿਹੜੀ ਤੁਹਾਨੂੰ ਟ੍ਰਾਂਸਫਰ ਸ਼ੀਟ ਮਿਲਦੀ ਹੈ। ਕਿਉਂਕਿ 40 ਕੁਐਸਚਨਸ ਦੇ ਨਾਲ ਆਪਾਂ ਨੂੰ ਇੱਕ ਟ੍ਰਾਂਸਫਰ ਸ਼ੀਟ ਮਿਲਦੀ ਹੈ ਜਿਸ 'ਤੇ ਆਪਾਂ ਆਨਸਰਸ ਟ੍ਰਾਂਸਫਰ ਕਰਨੇ ਹੁੰਦੇ ਹੈ। ਕਿਉਂਕਿ ਇਹ ਪੈਨਸਿਲ ਐਂਡ ਪੇਪਰ ਬੇਸਡ ਪੇਪਰ ਹੈ, ਇਹ ਪੈਨ ਐਂਡ ਪੇਪਰ ਬੇਸਡ ਵੀ ਐਗਜ਼ਾਮੀਨੇਸ਼ਨ ਕਹਿਲਾਇਆ ਜਾਂਦਾ ਹੈ, ਬਟ ਜ਼ਿਆਦਾਤਰ ਪੈਨਸਿਲ ਪ੍ਰੈਫਰ ਕੀਤੀ ਜਾਂਦੀ ਹੈ ਤੇ ਦੱਸੀ ਜਾਂਦੀ ਹੈ। ਈਵਨ ਇੰਸਟੀਟਿਊਟਸ 'ਚ ਨਹੀਂ ਦੱਸਿਆ ਜਾਂਦਾ ਵੀ ਤੁਸੀਂ ਪੈਨ ਨਾਲ ਲਿਖ ਸਕਦੇ ਹੋ, ਪੈਨ ਨਾਲ ਵੀ ਤੁਸੀਂ ਲਿਖ ਸਕਦੇ ਹੋ, ਬਟ ਪੈਨਸਿਲ ਨਾਲ ਲਿਖਣਾ ਜ਼ਿਆਦਾ ਵਧੀਆ ਇਸ ਕਰਕੇ ਹੈ ਤਾਂ ਕਿ ਤੁਸੀਂ ਆਪਦੀ ਮਿਸਟੇਕਸ ਨੂੰ ਅਗੇਨ ਚੈੱਕ ਕਰ ਸਕੋ ਤੇ ਰੱਬ ਕਰਕੇ ਕਰੈਕਟ ਕਰ ਸਕੋ। ਆਈ ਹੋਪ ਤੁਹਾਨੂੰ ਇਹ ਵੀਡੀਓ ਹੈਲਪ ਕਰੂਗੀ। ਪਲੀਜ਼ ਧਿਆਨ ਦਿਓ ਆਪਦੀ ਰੀਡਿੰਗ 'ਤੇ ਐਂਡ ਆਈ ਜਸਟ ਹੋਪ ਤੁਸੀਂ ਵਧੀਆ ਸਕੋਰਸ ਲਿਆਓ ਆਪਦੀ ਰੀਡਿੰਗ ਵਿੱਚ। ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਵੀਡੀਓ।